16 ਅਗਸਤ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 16 ਅਗਸਤ ਦੇ ਇਤਿਹਾਸ ਬਾਰੇ। 16 ਅਗਸਤ 2018 ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਦਿੱਲੀ ਦੇ ਏਮਸ ਵਿੱਚ ਦੇਹਾਂਤ ਹੋਇਆ ਸੀ। 25 ਦਸੰਬਰ 1924 ਨੂੰ ਗਵਾਲੀ ਵਿੱਚ ਜਨਮੇ ਅਟਲ ਬਿਹਾਰੀ ਵਾਜਪੇਈ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਭਾਰਤੀ ਜਨਸੰਘ ਨਾਲ ਕੀਤੀ ਸੀ। ਉਹ 1968 ਤੋਂ 1973 ਤੱਕ ਇਸ ਦੇ ਪ੍ਰਧਾਨ ਵੀ ਰਹੇ। ਫਿਰ 1970 ਵਿੱਚ ਜਨਤਾ ਪਾਰਟੀ ਦੀ ਸਰਕਾਰ ਵਿੱਚ ਅਟਲ ਜੀ ਵਿਦੇਸ਼ ਮੰਤਰੀ ਬਣੇ। ਇਸ ਦੌਰਾਨ ਉਹਨਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਹਿੰਦੀ 'ਚ ਸੰਬੋਧਨ ਕੀਤਾ। ਅਜਿਹਾ ਕਰਨ ਵਾਲੇ ਉਹ ਪਹਿਲੇ ਨੇਤਾ ਸਨ। ਇਸ ਦੇ ਨਾਲ ਹੀ ਸਾਲ 1980 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਤੋਂ ਬਾਅਦ ਉਹ ਇਸ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਬਣ ਗਏ। ਤੁਹਾਨੂੰ ਦੱਸ ਦਈਏ ਕਿ ਅਟਲ ਬਿਹਾਰੀ ਵਾਜਪੇਈ ਦੇਸ਼ ਦੇ ਇਕਲੌਤੇ ਅਜਿਹੇ ਰਾਜਨੇਤਾ ਸਨ ਜੋ 4 ਰਾਜਾਂ ਤੋਂ ਲੋਕ ਸਭਾ ਦੀਆਂ 6 ਸੀਟਾਂ ਜਿੱਤ ਕੇ ਸੰਸਦ ਵਿੱਚ ਪਹੁੰਚੇ ਸਨ। ਉਹ ਉੱਤਰ ਪ੍ਰਦੇਸ਼ ਵਿੱਚ ਲਖਨਊ ਅਤੇ ਬਲਰਾਮਪੁਰ, ਗੁਜਰਾਤ ਵਿੱਚ ਗਾਂਧੀਨਗਰ, ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਅਤੇ ਵਿਦੇਸ਼ਾਂ ਦੇ ਦਿੱਲੀ ਵਿੱਚ ਨਵੀਂ ਦਿੱਲੀ ਸੀਟ ਤੋਂ ਜਿੱਤ ਕੇ ਸੰਸਦ ਵਿੱਚ ਪਹੁੰਚਣ ਵਾਲੇ ਇੱਕੋ ਇੱਕ ਨੇਤਾ ਸਨ। ਵਾਜਪੇਈ ਜੀ 3 ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵੀ ਰਹੇ। ਸਾਲ 1996 ਵਿੱਚ ਉਹ ਪਹਿਲੀ ਵਾਰ 13 ਦਿਨਾਂ ਲਈ ਪ੍ਰਧਾਨ ਮੰਤਰੀ ਬਣੇ ਸਨ। ਫਿਰ 1998 ਵਿੱਚ ਉਹ 13 ਮਹੀਨੇ ਲਈ ਪ੍ਰਧਾਨ ਮੰਤਰੀ ਬਣੇ। ਫਿਰ ਉਹਨਾਂ ਦਾ ਤੀਜਾ ਕਾਰਜਕਾਲ 1999 ਤੋਂ 2004 ਤੱਕ ਸੀ। ਇਹ ਉਹਨਾਂ ਦਾ ਸਭ ਤੋਂ ਲੰਬਾ ਕਾਰਜਕਾਲ ਸੀ ਜਿਸ ਵਿੱਚ ਉਹ ਪੂਰੇ 5 ਸਾਲ ਪ੍ਰਧਾਨ ਮੰਤਰੀ ਰਹੇ। ਵਾਜਪੇਈ ਜੀ ਕਵੀ ਅਤੇ ਲੇਖਕ ਵੀ ਸਨ। ਉਹਨਾਂ ਦੀਆਂ ਕਵਿਤਾਵਾਂ ਤੇ ਲਿਖਤ ਉਹਨਾਂ ਦੇ ਡੂੰਘੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਦਰਸਾਉਂਦੀਆਂ ਹਨ। ਉਹਨਾਂ ਦੇ ਪ੍ਰਮੁੱਖ ਕਵਿਤਾਵਾਂ ਵਿੱਚ ਮੌਤ ਜਾਂ ਕਤਲ, ਆਈ ਸਿੰਗ ਦਾ ਸੌਂਗ ਯੂ ਅਤੇ ਮਾਈ 51 ਕਵਿਤਾਵਾਂ ਸ਼ਾਮਿਲ ਹਨ। ਉਹਨਾਂ ਨੂੰ 2015 ਵਿੱਚ ਭਾਰਤ ਦੇ ਸਰਵੋੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਪਦਮ ਵਿਭੂਸ਼ਣ ਅਤੇ ਹੋਰ ਕਈ ਪੁਰਸਕਾਰ ਵੀ ਦਿੱਤੇ ਗਏ ਸਨ। 16 ਅਗਸਤ 1765 ਨੂੰ ਕੋਹਿਲਾਬਾਦ ਦੀ ਦੂਜੀ ਸੰਧੀ ਹੋਈ ਸੀ। ਇਸ ਸੰਧੀ ਨੂੰ ਅੰਗਰੇਜ਼ੀ ਵਿੱਚ ਟ੍ਰੀਟੀ ਆਫ ਇਲਾਹਾਬਾਦ ਕਿਹਾ ਜਾਂਦਾ ਹੈ। ਇਹ ਸੰਧੀ ਈਸਟ ਇੰਡੀਆ ਕੰਪਨੀ ਅਤੇ ਅਵਧ ਦੇ ਨਵਾਬ ਸ਼ੁਜਾ-ਉਦ-ਦੌਲਾ ਵਿਚਕਾਰ ਹੋਈ ਸੀ। ਕਿਹਾ ਜਾਂਦਾ ਹੈ ਕਿ 1753 ਵਿੱਚ ਪਲਾਸੀ ਦੀ ਲੜਾਈ ਅਤੇ 1764 ਵਿੱਚ ਬਕਸਰ ਦੀ ਲੜਾਈ ਵਿੱਚ ਬ੍ਰਿਟਿਸ਼ ਦੀ ਜਿੱਤ ਤੋਂ ਬਾਅਦ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਉਹਨਾਂ ਦੀ ਸਥਿਤੀ ਮਜ਼ਬੂਤ ਹੋ ਗਈ। ਬਕਸਰ ਦੀ ਲੜਾਈ ਤੋਂ ਬਾਅਦ ਅਵਧ ਦੇ ਨਵਾਬ ਸ਼ੁਜਾ-ਉਦ-ਦੌਲਾ ਨੇ ਅੰਗਰੇਜ਼ਾਂ ਨਾਲ ਸਮਝੌਤਾ ਕਰਨ ਦਾ ਫੈਸਲਾ ਕੀਤਾ ਸੀ। ਇਸ ਸੰਧੀ ਦੇ ਤਹਿਤ ਇਲਾਹਾਬਾਦ ਅਤੇ ਕੜਾ ਨੂੰ ਛੱਡ ਕੇ ਬਾਕੀ ਅਵਧ ਸ਼ੁਜਾ-ਉਦ-ਦੌਲਾ ਨੂੰ ਵਾਪਸ ਕਰ ਦਿੱਤਾ ਗਿਆ। ਨਾਲ ਹੀ ਕੰਪਨੀ ਨੇ ਅਵਧ ਦੀ ਸੁਰੱਖਿਆ ਲਈ ਨਵਾਬ ਦੇ ਖਰਚੇ ਤੇ ਇੱਕ ਅੰਗਰੇਜ਼ ਫੌਜ ਨੂੰ ਉੱਥੇ ਰੱਖਿਆ। ਕੰਪਨੀ ਨੂੰ ਅਵਧ ਵਿੱਚ ਟੈਕਸ ਨੂੰ ਵਪਾਰ ਕਰਨ ਦਾ ਅਧਿਕਾਰ ਵੀ ਮਿਲਿਆ ਸੀ। ਸ਼ੁਜਾ-ਉਦ-ਦੌਲਾ ਨੂੰ ਪਹਿਲਾਂ ਵਾਂਗ ਬਨਾਰਸ ਦੇ ਰਾਜਾ ਬਲਵੰਤ ਸਿੰਘ ਤੋਂ ਮਾਲ ਇਕੱਠਾ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਸੀ। ਇਲਾਹਾਬਾਦ ਦੀ ਦੂਜੀ ਸੰਧੀ ਨੇ ਭਾਰਤੀ ਇਤਿਹਾਸ ਵਿੱਚ ਇੱਕ ਮੋੜ ਦੀ ਨਿਸ਼ਾਨਦੇਹੀ ਕੀਤੀ। ਇਸ ਸੰਧੀ ਨਾਲ ਭਾਰਤ ਵਿੱਚ ਰਾਜਨੀਤਿਕ ਅਤੇ ਸੰਵਿਧਾਨਿਕ ਤੌਰ ਤੇ ਬ੍ਰਿਟਿਸ਼ ਰਾਜ ਦੀ ਸ਼ੁਰੂਆਤ ਹੋਈ। ਰਾਮਕ੍ਰਿਸ਼ਨ ਪਰਮਹੰਸ ਦਾ ਦੇਹਾਂਤ 16 ਅਗਸਤ 1886 ਨੂੰ ਹੋਇਆ ਸੀ। ਉਹ ਭਾਰਤ ਦੇ ਮਹਾਨ ਸੰਤ, ਅਧਿਆਤਮਿਕ ਗੁਰੂ ਅਤੇ ਚਿੰਤਕ ਸਨ। ਰਾਮਕ੍ਰਿਸ਼ਨ ਪਰਮਹੰਸ ਦਾ ਅਸਲੀ ਨਾਮ ਗਦਾਧਰ ਚੱਟੋਪਾਧਿਆਏ ਸੀ। ਰਾਮਕ੍ਰਿਸ਼ਨ ਪਰਮਹੰਸ ਦਾ ਜਨਮ 18 ਫਰਵਰੀ 1836 ਨੂੰ ਪੱਛਮੀ ਬੰਗਾਲ ਦੇ ਪਿੰਡ ਕਮਾਲਪੁਕੁਰ ਵਿੱਚ ਹੋਇਆ ਸੀ। ਉਹਨਾਂ ਨੇ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀਆਂ ਅਤੇ ਅਧਿਆਤਮਿਕਤਾ ਦੇ ਪ੍ਰਭਾਵ ਨੂੰ ਮਹਿਸੂਸ ਕੀਤਾ ਸੀ। ਇਸ ਲਈ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਸਖਤ ਸਿਮਰਨ ਅਤੇ ਸ਼ਰਧਾ ਵਾਲਾ ਜੀਵਨ ਬਤੀਤ ਕੀਤਾ। ਰਾਮਕ੍ਰਿਸ਼ਨ ਨੇ ਦਕਸ਼ਿਣੇਸ਼ਵਰ ਕਾਲੀ ਮੰਦਿਰ ਦੇ ਪੁਜਾਰੀ ਵਜੋਂ ਸੇਵਾ ਕੀਤੀ। ਵੇਦਾਂਤ ਭਿਕਸ਼ੂ ਤੋਤਾਪੁਰੀ ਨੇ 1865 ਵਿੱਚ ਰਾਮਕ੍ਰਿਸ਼ਨ ਨੂੰ ਸੰਨਿਆਸ ਦੀ ਸ਼ੁਰੂਆਤ ਕੀਤੀ। ਰਾਮਕ੍ਰਿਸ਼ਨ ਨੇ ਬਾਅਦ ਵਿੱਚ ਮੰਦਿਰ ਦੇ ਦਰਸ਼ਕਾਂ ਵਿੱਚ ਇੱਕ ਗੁਰੂ ਦੇ ਰੂਪ ਵਿੱਚ ਵਿਆਪਕ ਪ੍ਰਸ਼ੰਸਾ ਪ੍ਰਾਪਤ ਕੀਤੀ। ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਮੁੱਖ ਚੇਲੇ ਸਵਾਮੀ ਵਿਵੇਕਾਨੰਦ ਨੇ ਉਹਨਾਂ ਦੇ ਵਿਚਾਰਾਂ ਨੂੰ ਭਾਰਤ ਅਤੇ ਪੱਛਮ ਵਿੱਚ ਪ੍ਰਸਿੱਧ ਕੀਤਾ। ਰਾਮਕ੍ਰਿਸ਼ਨ ਪਰਮਹੰਸ ਦਾ ਮੰਨਣਾ ਸੀ ਕਿ ਸਾਰੇ ਧਰਮਾਂ ਦਾ ਅੰਤਿਮ ਉਦੇਸ਼ ਇੱਕੋ ਹੀ ਹੈ। ਰਾਮਕ੍ਰਿਸ਼ਨ ਪਰਮਹੰਸ ਦਾ ਮੰਨਣਾ ਸੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸ਼ਰਧਾ ਅਤੇ ਸੱਚ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ। ਉਹਨਾਂ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਪਿਆਰ, ਸੇਵਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਤੇ ਆਧਾਰਿਤ ਸੀ। ਸੁਭਦਰਾ ਕੁਮਾਰੀ ਚੌਹਾਨ ਦਾ ਜਨਮ 16 ਅਗਸਤ 1904 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਪਿੰਡ ਨਿਹਾਲਪੁਰ ਵਿੱਚ ਹੋਇਆ ਸੀ। ਉਹ ਹਿੰਦੀ ਸਾਹਿਤ ਦੀ ਇੱਕ ਮਸ਼ਹੂਰ ਕਵੀ ਅਤੇ ਲੇਖਕ ਸੀ ਜੋ ਖਾਸ ਤੌਰ ਤੇ ਰਾਸ਼ਟਰਵਾਦ ਦੀ ਭਾਵਨਾ ਤੋਂ ਪ੍ਰੇਰਿਤ ਆਪਣੀਆਂ ਬਹਾਦਰੀ ਵਾਲੀ ਕਵਿਤਾਵਾਂ ਤੇ ਰਚਨਾਵਾਂ ਲਈ ਜਾਣੀ ਜਾਂਦੀ ਹੈ। ਸੁਭਦਰਾ ਕੁਮਾਰੀ ਚੌਹਾਨ ਦਾ ਜਨਮ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਸੁਭਦਰਾ ਕੁਮਾਰੀ ਚੌਹਾਨ ਦੀਆਂ ਕਵਿਤਾਵਾਂ ਤੇ ਕਹਾਣੀਆਂ ਭਾਰਤੀ ਆਜ਼ਾਦੀ ਸੰਗਰਾਮ ਦੀ ਭਾਵਨਾ ਨੂੰ ਪ੍ਰਗਟ ਕਰਦੀਆਂ ਹਨ। ਬਹਾਦਰੀ, ਰਾਸ਼ਟਰਵਾਦ ਅਤੇ ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਪ੍ਰਮੁੱਖਤਾ ਨਾਲ ਉੱਭਰਦੇ ਹਨ। ਉਹਨਾਂ ਦੀ ਮਸ਼ਹੂਰ ਰਚਨਾ ਝਾਂਸੀ ਕੀ ਰਾਣੀ ਇੱਕ ਬਹਾਦਰੀ ਵਾਲੀ ਕਵਿਤਾ ਹੈ ਜੋ ਰਾਣੀ ਲਕਸ਼ਮੀਬਾਈ ਦੀ ਹਿੰਮਤ ਅਤੇ ਸੰਘਰਸ਼ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ ਸੁਭਦਰਾ ਕੁਮਾਰੀ ਚੌਹਾਨ ਨੇ ਕਈ ਕਹਾਣੀਆਂ ਲਿਖੀਆਂ ਜਿਨ੍ਹਾਂ ਵਿੱਚੋਂ ਮੇਰਾ ਨਇਆ ਵਚਨ ਅਤੇ ਬਿੱਲੀ ਵਰਗੀਆਂ ਕਹਾਣੀਆਂ ਜ਼ਿਕਰਯੋਗ ਹਨ। ਸੁਭਦਰਾ ਕੁਮਾਰੀ ਚੌਹਾਨ ਨੇ ਮਹਾਤਮਾ ਗਾਂਧੀ ਦੀ ਅਗਵਾਈ ਵਾਲੀ ਆਜ਼ਾਦੀ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਹ ਅਸਹਿਯੋਗ ਅੰਦੋਲਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਜੁੜੀ ਹੋਈ ਸੀ ਅਤੇ ਕਈ ਵਾਰ ਜੇਲ੍ਹ ਵੀ ਗਈ ਸੀ। ਉਹਨਾਂ ਦਾ ਜੀਵਨ ਅਤੇ ਲਿਖਤਾਂ ਦੋਵੇਂ ਸੁਤੰਤਰਤਾ ਸੰਗਰਾਮ ਅਤੇ ਰਾਸ਼ਟਰਵਾਦ ਦੀ ਭਾਵਨਾ ਤੋਂ ਪ੍ਰੇਰਿਤ ਸਨ। ਸੁਭਦਰਾ ਕੁਮਾਰੀ ਚੌਹਾਨ ਦਾ ਦੇਹਾਂਤ 15 ਫਰਵਰੀ 1948 ਨੂੰ ਹੋਇਆ ਸੀ। 16 ਅਗਸਤ 1930 ਨੂੰ ਦੁਨੀਆ ਦਾ ਪਹਿਲਾ ਬੋਲਣ ਵਾਲਾ ਰੰਗੀਨ ਕਾਰਡ ਫਿਡਲਸਟਿਕਸ ਰਿਲੀਜ਼ ਹੋਇਆ ਸੀ।
ਇਹ ਕਾਰਟੂਨ यूपी आईवैक्स ਦੁਆਰਾ ਬਣਾਇਆ ਗਿਆ ਸੀ। ਸ਼ੁਰੂਆਤੀ ਡਿਜ਼ਨੀ ਕਾਰਟੂਨ ਖਾਸ ਕਰਕੇ ਮਿਕੀ ਮਾਊਸ ਦੇ ਕਿਰਦਾਰ ਦੀ ਸਿਰਜਣਾ ਵਿੱਚ ਵਾਲਟ ਡਿਜ਼ਨੀ ਦੇ ਨਾਲ ਕੰਮ ਕਰਨ ਵਿੱਚ यूपी आईवैक्स ਦੀ ਅਹਿਮ ਭੂਮਿਕਾ ਸੀ। ਆਈਵਰਕਸ ਨੇ ਆਪਣਾ ਪਹਿਲਾ ਸਟੂਡੀਓ ਸਥਾਪਿਤ ਕਰਨ ਅਤੇ ਫਿਡਲਿੰਗਸ ਬਣਾਉਣ ਲਈ ਡਿਜ਼ਨੀ ਤੋਂ ਵੱਖ ਹੋ ਗਿਆ। ਫਿਡਲਸਟਿਕ ਵਿੱਚ ਮੁੱਖ ਪਾਤਰ ਫਲਿਪ ਦਾ ਫਰੌਗ ਸੀ, ਜੋ ਕਿ ਇੱਕ ਡੱਡੂ ਸੀ। 6 ਮਿੰਟ ਦੀ ਇਸ ਸ਼ਾਰਟ ਫਿਲਮ ਵਿੱਚ ਇਹ ਡੱਡੂ ਸੰਗੀਤ ਵਜਾਉਂਦਾ ਅਤੇ ਨੱਚਦਾ ਨਜ਼ਰ ਆਉਂਦਾ ਹੈ। ਤੁਹਾਨੂੰ ਦੱਸ ਦੇ ਕਿ ਫਿਡਲਸਟਿਕ ਨੂੰ ਕਲਰ ਐਨੀਮੇਸ਼ਨ ਪ੍ਰਕਿਰਿਆ 2 ਕਲਰ ਟੈਕਨੀਕਲ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ। ਇਹ ਉਸ ਸਮੇਂ ਦੀ ਸਭ ਤੋਂ ਉੱਨਤ ਤਕਨੀਕ ਸੀ ਅਤੇ ਇਸ ਬਾਰੇ ਦਰਸ਼ਕਾਂ ਵਿੱਚ ਬਹੁਤ ਉਤਸੁਕਤਾ ਸੀ। ਇਸ ਤੋਂ ਇਲਾਵਾ ਇੱਕ ਕਾਰਟੂਨ ਸਾਊਂਡ ਟਰੈਕ ਨਾਲ ਲੈਸ ਸੀ, ਜਿਸ ਵਿੱਚ ਪਾਤਰਾਂ ਅਤੇ ਸੰਗੀਤ ਲਈ ਆਵਾਜ਼ਾਂ ਸ਼ਾਮਿਲ ਸਨ। ਕਾਸਟਾਲੀ ਨੇ ਫਿਲਮ ਲਈ ਸੰਗੀਤ ਤਿਆਰ ਕੀਤਾ ਸੀ। 16 ਅਗਸਤ 1858 ਨੂੰ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਨੇ ਅਟਲਾਂਟਿਕ ਮਹਾਸਾਗਰ ਦੇ ਪਾਰ ਪਹਿਲਾ ਟੈਲੀਗ੍ਰਾਫ ਸੰਦੇਸ਼ ਭੇਜਿਆ ਸੀ। ਇਹ ਸੰਦੇਸ਼ ਅਮਰੀਕੀ ਰਾਸ਼ਟਰਪਤੀ ਜੇਮਸ ਬੁਕਾਨਨ ਨੂੰ ਭੇਜਿਆ ਗਿਆ ਸੀ। ਇਹ ਸੰਦੇਸ਼ ਟ੍ਰਾਂਸ ਐਟਲਾਂਟਿਕ ਟੈਲੀਗ੍ਰਾਫ ਕੇਬਲ ਦੁਆਰਾ ਬਦਲਿਆ ਗਿਆ ਸੀ, ਜੋ ਕਿ ਬ੍ਰਿਟੇਨ ਅਤੇ ਅਮਰੀਕਾ ਵਿਚਕਾਰ ਸਮੁੰਦਰੀ ਹੇਠਾਂ ਰੱਖੀ ਗਈ ਸੀ। ਕਿਹਾ ਜਾਂਦਾ ਹੈ ਕਿ 16 ਅਗਸਤ 1858 ਨੂੰ ਮਹਾਰਾਣੀ ਵਿਕਟੋਰੀਆ ਨੇ ਸਵੇਰੇ 10:50 ਤੋਂ ਸੁਨੇਹਾ ਭੇਜਿਆ ਸੀ। 99 ਸ਼ਬਦਾਂ ਦੇ ਸੰਦੇਸ਼ ਵਿੱਚ 509 ਅੱਖਰ ਸਨ। ਅਗਲੇ ਦਿਨ ਸ਼ਾਮ 4:30 ਵਜੇ ਸੁਨੇਹਾ ਬੁਕਾਨਨ ਪਹੁੰਚ ਗਿਆ। ਸੰਦੇਸ਼ ਨੂੰ ਪਹੁੰਚਣ ਨੂੰ ਲਗਭਗ 18 ਘੰਟੇ ਲੱਗੇ, ਭਾਵ 2 ਮਿੰਟ ਵਿੱਚ ਇੱਕ ਪੱਤਰ ਭੇਜਿਆ ਗਿਆ। ਇਸ ਸੰਦੇਸ਼ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਨੇ 143 ਸ਼ਬਦਾਂ ਟੈਲੀਗ੍ਰਾਫ ਸੰਦੇਸ਼ ਵੀ ਭੇਜਿਆ ਸੀ। ਮਹਾਰਾਣੀ ਵਿਕਟੋਰੀਆ ਨੂੰ ਇਹ ਸੰਦੇਸ਼ 10 ਘੰਟੇ ਦੇ ਅੰਦਰ ਮਿਲ ਗਿਆ। ਹਾਲਾਂਕਿ ਸ਼ੁਰੂਆਤੀ ਕੇਬਲ ਕੁਝ ਹਫ਼ਤਿਆਂ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ, ਪਰ ਇਸਨੇ ਭਵਿੱਖ ਦੇ ਪ੍ਰੋਜੈਕਟਾਂ ਲਈ ਰਾਹ ਪੱਧਰਾ ਕੀਤਾ। ਬਾਅਦ ਵਿੱਚ ਸਾਲ 1866 ਵਿੱਚ ਇੱਕ ਹੋਰ ਕੇਬਲ ਸਫਲਤਾਪੂਰਵਕ ਵਿਛਾਈ ਗਈ, ਜਿਸ ਨੇ ਸਥਾਈ ਐਟਲਾਂਟਿਕ ਟੈਲੀਗ੍ਰਾਫ ਸੇਵਾ ਦੀ ਸਥਾਪਨਾ ਕੀਤੀ।